Hello everyone, welcome back to Suksham Ma'am Ki classes. Hope you all are doing great and preparing well for your term 1 examination. ਅੱਜ ਅਸੀਂ ਕਰਾਂਗੇ ਕਲਾਸ 8 ਦੇ ਰਾਈਟਿੰਗ ਸੈਕਸ਼ਨ ਦਾ ਇੱਕ ਟੌਪਿਕ ਜੋ ਹੈ ਨੋਟਿਸ। ਅਸੀਂ ਸਮਝਾਂਗੇ ਨੋਟਿਸ ਹੁੰਦਾ ਕਿਵੇਂ ਹੈ, ਉਹਦਾ ਫਾਰਮੈਟ ਕੀ ਹੁੰਦਾ ਹੈ, ਕਿਵੇਂ ਉਹ ਲਿਖਿਆ ਜਾਂਦਾ ਹੈ ਐਂਡ ਆਫਟਰ ਦੈਟ ਅਸੀਂ 5 ਨੋਟਿਸ ਦੇ ਉੱਪਰ ਡਿਫਰੈਂਟ MCQs ਸੋਲਵ ਕਰਾਂਗੇ ਤੇ ਪ੍ਰੈਕਟਿਸ ਕਰਾਂਗੇ which are related to your academic session 2021 to 2022. So let's start. A notice is a formal means of communication. ਬੱਚਿਓ ਨੋਟਿਸ ਕੀ ਹੁੰਦਾ ਹੈ? ਨੋਟਿਸ ਇੱਕ ਤਰ੍ਹਾਂ ਦਾ official ਤਰੀਕਾ ਹੈ ਕਿਸੇ ਨਾਲ communicate ਕਰਨ ਦਾ, ਗੱਲਬਾਤ ਕਰਨ ਦਾ. The purpose of a notice is to announce or display information to a specific group of people. ਹੁਣ ਨੋਟਿਸ ਦਾ ਪਰਪਸ ਕੀ ਹੁੰਦਾ ਹੈ? ਅਸੀਂ ਨੋਟਿਸ ਕਿਉਂ ਲਿਖਦੇ ਹਾਂ? ਜਾਂ ਸਾਨੂੰ ਕੁਝ ਅਨਾਉਂਸਮੈਂਟ ਕਰਨੀ ਹੈ, ਲਾਰਜ ਨੰਬਰ ਆਫ ਪੀਪਲ ਤੱਕ ਆਪਣੀ ਗੱਲ ਪਹੁੰਚਾਣੀ ਹੈ ਤਾਂ ਅਸੀਂ ਨੋਟਿਸ ਲਿਖਦੇ ਹਾਂ, ਜਾਂ ਅਸੀਂ ਸਪੈਸਿਫਿਕ ਗਰੁੱਪ ਆਫ ਲੋਕਾਂ ਨੂੰ ਕੋਈ ਇਨਫੋਰਮੇਸ਼ਨ ਡਿਸਪਲੇ ਕਰਨੀ ਹੋਵੇ ਤਾਂ ਅਸੀਂ ਨੋਟਿਸ ਦੇ ਫਾਰਮ 'ਚ ਉਹਨਾਂ ਨੂੰ ਦੱਸਦੇ ਹਾਂ. It is usually a kind of advance order, request, warning meant for compliance and information. Compliance meaning ਹੁੰਦਾ ਹੈ ਬੱਚਿਓ fact of complying with a wish or a command. ਤੁਸੀਂ ਕੋਈ ਵਿਸ਼ ਕਰ ਰਹੇ ਹੋ, ਕਮਾਂਡ ਕਰ ਰਹੇ ਹੋ ਜਾਂ ਇਨਫੋਰਮੇਸ਼ਨ ਮਤਲਬ ਤੁਸੀਂ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਪਾਸ ਔਨ ਕਰ ਰਹੇ ਹੋ. Here are some important tips and points that should be kept in mind while writing notices. ਹੁਣ ਥੱਲੇ ਕੀ ਲਿਖਿਆ ਹੈ ਬੱਚਿਓ? ਕੁਝ ਟਿਪਸ ਨੇ ਇੰਪੋਰਟੈਂਟ ਤੇ ਕੁਝ ਪੁਆਇੰਟਸ ਨੇ ਜੋ ਨੋਟਿਸ ਲਿਖਦੇ ਸਮੇਂ ਤੁਹਾਡੇ ਦਿਮਾਗ ਦੇ ਵਿੱਚ ਹੋਣੇ ਚਾਹੀਦੇ ਨੇ. ਸਭ ਤੋਂ ਪਹਿਲੇ ਆ ਗਿਆ ਫਾਰਮੈਟ ਕਿ ਲਿਖਦੇ ਕਿਵੇਂ ਆ. A notice should be written in the following format. Number 1, the name of the organization issuing the notice. ਸਭ ਤੋਂ ਉੱਪਰ ਆਏਗਾ, ਦੇਖੋ ਧਿਆਨ ਨਾਲ, ਸਭ ਤੋਂ ਉੱਪਰ ਆਏਗਾ ਕਿ ਇਸ਼ੂ ਕੌਣ ਕਰ ਰਿਹਾ ਹੈ, ਕਿਹੜੀ ਆਰਗੇਨਾਈਜੇਸ਼ਨ ਜਾਂ ਕੌਣ ਇਹਨੂੰ ਇਸ਼ੂ ਕਰ ਰਿਹਾ ਹੈ, ਉਹ ਇੱਥੇ ਆਏਗਾ. ਠੀਕ ਹੈ, ਲਿਖਿਆ ਹੋਇਆ ਨੇਮ ਆਫ ਦੀ ਆਰਗੇਨਾਈਜੇਸ਼ਨ, ਆਫਿਸ ਇਸ਼ੂਇੰਗ ਦ ਨੋਟਿਸ. ਸਮਝਦੇ ਰਹਿਣਾ ਧਿਆਨ ਨਾਲ. ਨੈਕਸਟ ਵਿਲ ਬੀ ਦ ਟਾਈਟਲ ਆਫ ਦੀ ਨੋਟਿਸ. ਇੱਥੇ ਦਾ ਟਾਈਟਲ ਆਏਗਾ ਨੋਟਿਸ ਦਾ ਸੈਕਿੰਡ ਨੰਬਰ ਤੇ. ਨੈਕਸਟ ਹੈਡਿੰਗ ਟੂ ਇੰਟਰੋਡਿਊਸ ਦ ਸਬਜੈਕਟ ਆਫ ਦੀ ਨੋਟਿਸ. ਹੁਣ ਨੋਟਿਸ ਕਿਹਦੇ ਬਾਰੇ, ਸਬਜੈਕਟ ਕੀ ਹੈ, ਉਹ ਇੱਥੇ ਹੈਡਿੰਗ 'ਚ ਆਏਗਾ ਥਰਡ ਨੰਬਰ ਤੇ. ਡੇਟ ਆਏਗੀ ਤੁਹਾਡੇ ਇੱਥੇ ਨੋਟਿਸ ਦੇ ਸਾਈਡ ਤੇ. ਠੀਕ ਹੈ. The body of the notice ਫਿਰ ਆਏਗਾ main notice ਜੋ ਤੁਸੀਂ ਲਿਖਣਾ ਹੈ. Then comes the writer's signature, name in block letters and designation. ਜਿੰਨੇ ਲਿਖਿਆ ਹੈ ਉਹਦਾ signature ਆਏਗਾ, ਉਹਦਾ ਨਾਂ ਆਏਗਾ ਤੇ ਉਹਦਾ designation ਆਏਗਾ ਕਿ ਉਹ ਉਸ ਤੁਹਾਡੀ organization 'ਚ ਜਾਂ office 'ਚ ਕਿਹੜੇ ਦਰਜੇ ਤੇ. ਠੀਕ ਹੈ, ਸਮਝ ਗਏ? Now next is important tips to be followed while writing a notice. ਹੁਣ ਕਿਹੜੇ tips ਨੇ ਤੁਸੀਂ notice ਲਿਖਦੇ ਹੋਏ follow ਕਰਨੇ ਨੇ? Number 1, the language of the notice should be impersonal and objective. Impersonal and objective means ਕਿ ਬੱਚਿਓ ਜੋ ਤੁਸੀਂ notice ਲਿਖੋਗੇ ਉਹਦੇ ਵਿੱਚ ਜੋ ਤੁਸੀਂ wording use ਕਰਨੀ ਹੈ ਉਹ facts ਦੇ ਉੱਪਰ base ਹੋਣੀ ਚਾਹੀਦੀ ਹੈ, personal ਨਹੀਂ ਹੋਣਾ ਚਾਹੀਦਾ ਹੈ. ਤੁਹਾਡੀ feelings side ਤੇ ਹੋਣੀ ਚਾਹੀਦੀਆਂ ਨੇ. Objectively, factfully ਤੁਸੀਂ ਗੱਲ ਕਰਨੀ ਹੈ. ਜੋ ਵੀ ਤੁਸੀਂ ਜੇ ਕੁਝ ਗਵਾਚਿਆ ਹੈ ਉਹਦੇ facts ਜੋ ਦੇਣੇ ਨੇ proper ਦੇਣੇ ਨੇ, ਜਾਂ ਕੁਝ ਲੱਭਿਆ ਹੈ ਤਾਂ ਵੀ proper facts ਦੇ ਕੇ ਗੱਲ ਕਰਨੀ ਹੈ. Second, I and you should not be used in the notice. Notice ਦੇ ਵਿੱਚ I the you word ਦਾ ਇਸਤੇਮਾਲ ਨਹੀਂ ਕਰਨਾ ਹੈ. It must contain complete information. ਪੂਰੀ information ਹੋਣੀ ਚਾਹੀਦੀ ਹੈ ਉਹਦੇ ਵਿੱਚ. The purpose of the notice should also be clear. ਕਿ notice ਲਿਖਿਆ ਕਿਉਂ ਗਿਆ ਹੈ, ਉਹਦੇ ਪਿੱਛੇ ਦਾ purpose ਕੀ ਹੈ ਉਹ ਵੀ clearly ਸਮਝ ਆਣਾ ਚਾਹੀਦਾ ਹੈ. The order of the presentation should be clear and to the point. ਹੁਣ ਜੋ presentation ਦੀ order ਹੈ, ਜੋ system ਚੱਲਦਾ ਹੈ, systematic way 'ਚ ਹੋਣਾ ਚਾਹੀਦਾ ਹੈ, clear ਹੋਣਾ ਚਾਹੀਦਾ ਹੈ, to the point ਹੋਣਾ ਚਾਹੀਦਾ ਹੈ, ਫਾਲਤੂ ਕੋਈ ਗੱਲ ਨਹੀਂ ਹੋਣੀ ਚਾਹੀਦੀ ਹੈ. The date of the writing of the notice should also be mentioned on it. So most importantly date ਵੀ ਉੱਥੇ mention ਹੋਣੀ ਚਾਹੀਦੀ ਹੈ ਕਦੋਂ ਇਹ notice ਲਿਖਿਆ ਜਾ ਰਿਹਾ ਹੈ. The content should carry all the informations, example the time, venue, date, agenda, etc. ਹੁਣ ਜੋ ਵੀ ਤੁਸੀਂ ਨੋਟਿਸ ਲਿਖ ਰਹੇ ਹੋ ਉਹਦੇ ਲਈ ਜੋ ਵੀ ਇਨਫੋਰਮੇਸ਼ਨ ਰਿਕੁਆਇਰਡ ਹੈ, ਚਾਹੇ ਉਹ ਟਾਈਮ ਹੈ, ਵੈਨਿਊ ਹੈ, ਡੇਟ ਹੈ, ਏਜੰਡਾ ਹੈ, ਰੀਜ਼ਨ ਕੀ ਹੈ, ਪਰਪਸ ਕੀ ਹੈ, ਸਭ ਕੁਝ ਉਹਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ ਹੈ. ਇਨਫੋਰਮੇਸ਼ਨ ਪ੍ਰੋਪਰ ਪੂਰੀ ਦਿੱਤੀ ਹੋਣੀ ਚਾਹੀਦੀ ਹੈ. It must carry the name and designation of the person issuing the notice. ਉਸ ਨੋਟਿਸ ਦੇ ਵਿੱਚ ਜੋ ਬੰਦਾ ਲਿਖ ਰਿਹਾ ਹੈ ਉਹਦਾ ਨਾਂ, ਡੈਜ਼ਿਗਨੇਸ਼ਨ ਕਿ ਉਹਦਾ ਕੀ ਹੈ ਉਸ organization ਦੇ ਵਿੱਚ ਉਹ mention ਹੋਣਾ ਚਾਹੀਦਾ ਹੈ. ਕਿੱਥੇ? ਲਾਸਟ ਵਿੱਚ ਉਸੇ ਉੱਪਰ ਪੜ ਲਿਆ. And last is the word limit if specified should be adhered to.
ਜੇ ਤੁਹਾਨੂੰ ਲਿਖਿਆ ਗਿਆ ਨੋਟਿਸ ਦੇ ਵਿੱਚ ਕਿ ਇੰਨੇ ਵਰਡ ਲਿਮਿਟ 'ਚ ਹੀ ਤੁਸੀਂ ਲਿਖਣਾ ਹੈ, ਤੁਹਾਨੂੰ ਉਸ ਚੀਜ਼ ਨੂੰ ਫੋਲੋ ਕਰਨਾ ਪਏਗਾ। ਠੀਕ ਹੈ। On the basis of the above information, choose the correct information from the following questions. ਹੁਣ ਜੋ ਵੀ ਤੁਹਾਨੂੰ ਉੱਪਰ ਇਨਫੋਰਮੇਸ਼ਨ ਦਿੱਤੀ ਗਈ ਹੈ ਉਹਦੇ ਬੇਸਿਸ ਤੇ ਥੱਲੇ ਦਿੱਤੇ ਹੋਏ ਕੁਐਸਚਨ ਤੁਸੀਂ ਆਨਸਰ ਕਰਨੇ ਨੇ। ਈਜ਼ੀ ਹੈ, ਜੇ ਸਮਝ ਲੱਗ ਗਿਆ ਹੈ ਵੈਲ ਐਂਡ ਗੁੱਡ, ਜੇ ਨਹੀਂ ਲੱਗਿਆ ਹੈ ਰਿਵਾਈਂਡ ਜਾਕੇ ਫਿਰ ਇੱਕ ਵਾਰ ਵੇਖੋ ਤੇ ਫਿਰ ਇਹਨਾਂ ਨੂੰ ਸੋਲਵ ਕਰਿਓ ਮੇਰੇ ਨਾਲ। ਰੱਟਾ ਨਹੀਂ ਲਾਣਾ ਹੈ, ਸਮਝਣਾ ਹੈ। Question number 1. Which of these is the most suitable way to start the body of a notice? ਹੁਣ ਇਹਨਾਂ ਵਿੱਚੋਂ ਉਹ ਕਿਹੜੀ ਆਪਸ਼ਨ ਹੈ ਜੋ ਇੱਕ ਬਹੁਤ ਵਧੀਆ ਤਰੀਕਾ ਹੈ ਨੋਟਿਸ ਨੂੰ ਸਟਾਰਟ ਕਰਨ ਦਾ, ਬੋਡੀ ਆਫ ਦੀ ਨੋਟਿਸ ਨੂੰ ਸਟਾਰਟ ਕਰਨ ਦਾ। ਆਪਸ਼ਨ A ਥਰੂ ਦ ਕਾਲਮ, ਆਪਸ਼ਨ B it is to inform you, option C it is to threaten, option D being a regular reader of your newspaper। ਹੁਣ ਉਹ ਕਹਿ ਰਹੇ ਨੇ ਕਿ ਥਰੂ ਦ ਕਾਲਮ ਸ਼ੁਰੂ ਕਰੋ, B ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਇਹ ਤੋਂ ਸ਼ੁਰੂ ਕਰੋ, ਤੁਹਾਨੂੰ ਥ੍ਰੈਟਨ ਕੀਤਾ ਜਾਂਦਾ ਹੈ ਇਹ ਤੋਂ ਸ਼ੁਰੂ ਕਰੋ, ਜਾਂ ਜਿਵੇਂ ਤੁਹਾਡਾ ਕੋਈ ਰੈਗੂਲਰ ਨਿਊਜ਼ਪੇਪਰ ਪੜ੍ਹਦਾ ਹੈ ਵੈਂਜ। ਆਪਸ਼ਨ ਆਏਗਾ ਆਪਸ਼ਨ B this is to inform you, ਤੁਹਾਨੂੰ ਸੂਚਿਤ ਕੀਤਾ ਜਾ ਰਿਹਾ ਹੈ। ਠੀਕ ਹੈ, ਇਨਫੋਰਮ ਕੀਤਾ ਜਾ ਰਿਹਾ ਹੈ। ਨੈਕਸਟ, what is written on the top of the notice? ਨੋਟਿਸ ਦੇ ਟੌਪ ਦੇ ਉੱਪਰ ਕੀ ਲਿਖਿਆ ਜਾਂਦਾ ਹੈ? ਤੁਸੀਂ ਉੱਪਰ ਪੜਿਆ ਵੀ ਸੀਗਾ ਕਿ ਸਭ ਤੋਂ ਟੌਪ ਤੇ ਹੁੰਦਾ ਹੈ name of the institution or organization, option B। Which of the following statement is correct about notice? ਹੁਣ ਕਿਹੜੀ ਉਹ following statement ਹੈ ਜੋ correct ਹੈ notice ਦੇ regarding? Option A notice is written to inform others। notice ਲਿਖਿਆ ਜਾਂਦਾ ਹੈ ਸਾਰਿਆਂ ਨੂੰ ਇਨਫੋਰਮ ਕਰਨ ਲਈ, correct ਹੈ। ਸਿੱਧਾ ਟਿਕ ਨਹੀਂ ਕਰ ਸਕਦੇ, ਸਾਨੂੰ ਬਾਕੀ ਵੀ ਰੀਡ ਕਰਨੇ ਪੈਣਗੇ। notice is of 50 to 60 words, ਇਹ ਵੀ correct ਹੈ। notice answers questions like what, when and where, this is also right। this means option D is your answer, all of these। where the subscription should be placed in the notice? ਹੁਣ notice ਦਾ ਜੋ subscription ਹੁੰਦਾ ਹੈ ਉਹ ਕਿੱਥੇ place ਕਰਨਾ ਹੁੰਦਾ ਹੈ? option C at the end। how is the subject written in notice? notice ਵਿੱਚ subject ਕਿਵੇਂ ਲਿਖਿਆ ਜਾਂਦਾ ਹੈ? in block letters, it is not required। in cursive letters, none of these। in block letters, capital letters ਵਿੱਚ ਤੁਸੀਂ ਲਿਖਣਾ ਹੈ। ਠੀਕ ਹੈ। where is the signature placed in a notice? notice ਵਿੱਚ signature ਕਿੱਥੇ place ਕੀਤੇ ਜਾਂਦੇ ਨੇ? above the name of the writer, below the name of the writer, above the body of the notice, none of these। ਹਮੇਸ਼ਾ ਪਹਿਲੇ signature ਆਂਦਾ ਹੈ, ਫਿਰ ਨਾਂ ਆਂਦਾ ਹੈ, ਫਿਰ designation ਆਂਦਾ ਹੈ, above the name of the writer, option A। which of the following is not a part of the notice? ਹੁਣ notice ਦਾ ਕਿਹੜਾ part ਨਹੀਂ ਹੈ ਇਹਨਾਂ ਵਿੱਚੋਂ? salutation, subject, date, signature, ਬਹੁਤ easy ਹੈ, option A। ਹੁਣ ਅਸੀਂ ਕਰਾਂਗੇ 5 notice ਨੂੰ solve। ਇਹਨਾਂ ਦੇ ਨਾਲ ਤੁਹਾਨੂੰ MCQs ਮਿਲਣਗੇ। let's solve them accordingly। notice of a lost item, ਕੋਈ item ਗੁੰਮ ਗਈ ਹੈ ਉਹਦੇ ਉੱਪਰ ਥੱਲੇ notice ਲਿਖਿਆ ਹੋਇਆ ਹੈ। you have lost a bag in your school, ਤੁਸੀਂ ਆਪਣੇ ਸਕੂਲ ਦੇ ਵਿੱਚ ਬੈਗ ਗਵਾਚ ਗਿਆ ਤੁਹਾਡਾ, ਮਤਲਬ write a notice about the loss giving the particulars of the bag। ਹੁਣ ਤੁਸੀਂ notice ਲਿਖਣਾ ਹੈ ਜਿਹਦੇ ਵਿੱਚ ਤੁਸੀਂ ਆਪਣੇ ਬੈਗ ਦੇ ਬਾਰੇ ਸਾਰੀ ਇਨਫੋਰਮੇਸ਼ਨ ਉਹਦੇ ਉੱਪਰ ਮੈਂਸ਼ਨ ਕਰੋਗੇ। also announce a reward for the finder, ਤੇ ਜੋ ਲੱਭੇਗਾ ਉਹਨੂੰ ਰਿਵਾਰਡ ਵੀ ਦੋਗੇ, ਉਹ ਵੀ ਤੁਸੀਂ ਅਨਾਉਂਸ ਕਰਨਾ ਹੈ। ਸਭ ਤੋਂ ਪਹਿਲੇ ਆ ਗਿਆ ਨਾਂ, ਗਵਰਨਮੈਂਟ ਹਾਈ ਸਕੂਲ, ਨੋਟਿਸ, ਡੇਟ ਆ ਗਈ, lost ਕਿਉਂਕਿ ਗਵਾਚੀ ਹੈ ਚੀਜ਼। this is to inform all the students that I lost my bag yesterday in the school premises during the recess period। ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੈਂ ਆਪਣਾ ਬੈਗ ਕੱਲ ਸਕੂਲ ਪ੍ਰੈਮਿਸਿਸ ਵਿੱਚ ਰਿਸੈਸ ਦੇ ਦੌਰਾਨ ਗਵਾਤਾ ਜਾਂ ਮੇਰਾ ਬੈਗ ਗਵਾਚ ਗਿਆ। it is a blue color bag with leather straps। ਉਹ ਬਲੂ ਕਲਰ ਦਾ ਬੈਗ ਹੈ, ਜੋ ਸਟ੍ਰੈਪਸ ਹੈ ਤਨੀਆਂ ਨੇ ਉਹ ਲੈਦਰ ਦੀਆਂ ਨੇ। it has some books and important papers, ਉਹਦੇ ਵਿੱਚ ਕੁਝ ਕਿਤਾਬਾਂ ਨੇ ਤੇ ਬਹੁਤ ਹੀ ਜ਼ਰੂਰੀ ਪੇਪਰਸ ਨੇ, ਕਾਗਜ਼ ਨੇ। anybody who find it should contact the undersigned। ਜਿਨ੍ਹਾਂ ਨੂੰ ਵੀ ਉਹ ਮਿਲਦਾ ਹੈ ਪਲੀਜ਼ ਥੱਲੇ ਸਾਈਨ ਕੀਤੇ ਹੋਏ ਜੋ ਮੇਰੇ ਸਿਗਨੇਚਰਸ ਨੇ ਜਾਂ ਮੇਰਾ ਨਾਂ ਜੋ ਹੈ ਥੱਲੇ ਲਿਖਿਆ ਹੈ ਉਹਨੂੰ ਕੰਟੈਕਟ ਕਰੋ। he she will be suitably rewarded। ਤੇ ਉਹਨਾਂ ਦੋਨਾਂ ਨੂੰ, ਜੋ ਵੀ ਜੇ ਮੁੰਡਾ ਹੈ ਜਾਂ ਕੁੜੀ ਹੈ, ਜੋ ਵੀ ਮੇਰਾ ਫਾਈਂਡ ਕਰੇਗਾ ਉਹਨਾਂ ਨੂੰ ਮੈਂ ਰਿਵਾਰਡ ਵੀ ਦਵਾਂਗਾ। ਥੱਲੇ ਆ ਗਿਆ ਨਾਂ ਤੇ ਰੋਲ ਨੰਬਰ। ਹੁਣ ਇਹ ਬੱਚੇ ਨੇ ਲਿਖਿਆ ਹੈ, that's the reason ਸਿਗਨੇਚਰ ਨਹੀਂ ਆਏਗਾ, ਸਿਗਨੇਚਰ ਆਫੀਸ਼ੀਅਲ ਪਾਰਟੀ ਕਰਦੀ ਹੈ। ਠੀਕ ਹੈ, ਸੋ ਲੈਟਸ ਸਟਾਰਟ। ਹੁਣ ਪ੍ਰੈਕਟਿਸ ਟਾਸਕ ਕੁਐਸਚਨ ਵੇਖਦੇ ਹਾਂ। select the appropriate title heading of the notice। ਹੁਣ ਜੇ ਕੋਈ ਚੀਜ਼ ਗਵਾਚ ਗਈ ਹੈ ਉਹਦਾ appropriate heading ਜਾਂ notice ਕੀ ਬਣਦਾ ਹੈ? lost, found, bag for sale, books for sale। option A lost।
Next is select the option that lists the most accurate opening of the notice। ਹੁਣ ਇਹਨਾਂ ਚਾਰਾਂ ਵਿੱਚੋਂ ਕਿਹੜਾ ਇੱਕ ਆਪਸ਼ਨ ਹੈ ਜੋ ਤੁਹਾਡੇ ਨੋਟਿਸ ਦੀ ਓਪਨਿੰਗ ਬਿਲਕੁਲ ਐਕੂਰੇਟ ਵੇ ਨਾਲ ਕਰੇ। Option A, this is to inform all the students that I have found, ਅੱਗੇ ਪੜਨ ਦੀ ਲੋੜ ਹੀ ਨਹੀਂ, ਆਪਾਂ found ਨਹੀਂ ਕੀਤਾ, ਸਾਨੂੰ ਕੁਝ ਨਹੀਂ ਲੱਭਿਆ। This is to inform all the students that I have lost my bag in the school campus. This is sounding right. This is to inform the principal, no, ਅਸੀਂ principal ਨੂੰ inform ਨਹੀਂ ਕਰ ਰਹੇ। This is to inform the house captains, no, ਅਸੀਂ house captains ਨੂੰ inform ਨਹੀਂ ਕਰ ਰਹੇ ਹਾਂ। Option B, this is to inform all the students that I have lost my bag in the school campus. What would you write in the notice? ਹੁਣ ਤੁਸੀਂ notice से ਕੀ ਲਿਖੋਗੇ? ਚਾਰ options ਨੇ। It has some books and important papers, ਅਸੀਂ ਇਹ ਲਿਖਾਂਗੇ। It has nothing in it, ਨਹੀਂ ਅਸੀਂ ਨਹੀਂ ਲਿਖਾਂਗੇ ਕਿਉਂਕਿ ਜੇ ਕੁਝ ਨਹੀਂ ਹੈਗਾ ਫਿਰ ਲੱਭਦੇ ਕਿਉਂ ਪਏ ਆ। Keep the papers with you, ਅਸੀਂ ਕਿਉਂ ਬੋਲਾਂਗੇ ਕਿਸੇ ਨੂੰ ਆਪਣੇ important papers ਕਿ ਤੁਸੀਂ ਰੱਖ ਲਓ, ਉਹਦੇ ਕਿਸ ਕੰਮ ਦੇ ਨੇ। Tear down the papers, ਅਸੀਂ ਆਪਣੇ papers ਕਿਉਂ ਫੜਵਾਵਾਂਗੇ। Option A, it has some books and important papers. What details would you write in the end? ਹੁਣ end ਵਿੱਚ ਤੁਸੀਂ ਕੀ ਲਿਖੋਗੇ? Your name, your class, roll number, all of these. Option D, all of these. Because जो ਲੱਭੇਗਾ ਉਹਨੂੰ ਨਹੀਂ ਪਤਾ ਕਿ for example ਜੇ ਸੁਖਸ਼ਮ ਸ਼ਰਮਾ ਨੇ ਨੋਟਿਸ ਲਿਖਿਆ ਹੈ, ਜੇ ਸੁਖਸ਼ਮ ਸ਼ਰਮਾ ਕੱਲਾ ਲਿਖ ਦਾਂਗੀ ਉਹਨੂੰ ਨਹੀਂ ਪਤਾ ਕਿ ਸੁਖਸ਼ਮ ਸ਼ਰਮਾ ਕਿਹੜੀ ਕਲਾਸ 'ਚ ਹੈ। ਜੇ ਰੋਲ ਨੰਬਰ ਕੱਲਾ ਲਿਖਤਾ ਉਹਨੂੰ ਨਹੀਂ ਪਤਾ ਕਿਹਦਾ ਰੋਲ ਨੰਬਰ ਹੈ। ਜੇ ਕਲਾਸ ਲਿਖਤੀ ਤੇ ਉਹਨੂੰ ਨਹੀਂ ਪਤਾ ਕਲਾਸ ਵਿੱਚ ਕਿਸ ਬੱਚੇ ਦਾ ਹੈ। So we need to write it all. Which of the following sentence is correct according to the notice? ਹੁਣ ਇਸ ਨੋਟਿਸ ਦੇ ਅਕੋਰਡਿੰਗਲੀ ਕਿਹੜਾ ਸੈਂਟੈਂਸ ਕਰੈਕਟ ਹੈ? Sorry, anybody who finds the bag should contact the undersigned, ਕਿ ਜਿੰਨੂੰ ਵੀ ਇਹ bag ਮਿਲਿਆ ਉਹ ਥੱਲੇ ਲਿਖੋ undersigned ਬੰਦੇ ਨੂੰ contact ਕਰੇ, ਇਹ ਸਹੀ ਹੈ। There is no need to give information regarding the bag, ਇਹ wrong ਹੈ, ਸਾਨੂੰ information ਤਾਂ ਦੇਣੀ ਪਏਗੀ ਨਾ bag ਦੇ regarding। Bag should be thrown away, ਅਸੀਂ ਇਹ ਕਿਉਂ ਲਿਖਾਂਗੇ ਕਿ ਉਹਨੂੰ ਸੁੱਟ ਦੋ। Not any kind of appreciation of reward would be given for it, ਉੱਪਰ ਜੇ mentioned ਹੈ ਕਿ ਅਸੀਂ reward ਦੇਣਾ ਹੈ ਤਾਂ ਅਸੀਂ ਇਹ line ਕਿਉਂ ਲਿਖਾਂਗੇ ਕਿ ਅਸੀਂ ਨਹੀਂ ਦੇਵਾਂਗੇ। So बहुत easily option A is your answer. Anybody who finds the bag should contact the undersigned. Next is notice for sports day. You are Akshay Khanna, you are the sports captain of your school. ਤੁਹਾਡਾ ਨਾਮ ਅਕਸ਼ੇ ਖੰਨਾ ਹੈ, ਤੁਸੀਂ ਸਕੂਲ ਦੇ ਸਪੋਰਟਸ ਕੈਪਟਨ ਹੋ। Your school is organizing sports day in a week time. ਹੁਣ ਤੁਹਾਡਾ ਸਕੂਲ ਇੱਕ ਹਫਤੇ ਦੇ ਟਾਈਮ ਦੇ ਵਿੱਚ ਸਪੋਰਟਸ ਡੇ ਆਰਗੇਨਾਈਜ਼ ਕਰਨ ਵਾਲਾ ਹੈ। Write a notice for students to be put up on the notice board to inform them about the date, time and venue of the sports day in 50 words. ਹੁਣ ਤੁਸੀਂ 50 words ਦੇ ਵਿੱਚ students ਲਈ ਇੱਕ notice ਲਿਖਣਾ ਹੈ ਜਿਹਦੇ ਵਿੱਚ ਤੁਸੀਂ ਸਾਰੀ information ਦੇਣੀ ਹੈ date, time ਤੇ venue ਦੀ sports day ਦੀ। ਪਹਿਲੇ ਆ ਗਿਆ ਸਕੂਲ ਦਾ ਨਾਮ, notice ਦੀ heading, date, annual sports day. The annual sports day of the school is going to be held on 20th and 21st November. Students who wish to participate in any event should give their names to the undersigned by 10th November positively. The list of the events will be put up in the sports room by 12th November. ਦੱਸਿਆ ਜਾ ਰਿਹਾ ਹੈ ਕਿ ਡੇਟ ਕੀ ਦੱਸਦੀ ਹੈ 20 ਤੇ 21 ਨਵੰਬਰ ਨੂੰ ਕੀ ਹੋ ਰਿਹਾ ਹੈ, ਐਨੂਅਲ ਸਪੋਰਟਸ ਡੇ ਹੋ ਰਿਹਾ ਹੈ। ਜੋ ਵੀ ਬੱਚੇ ਪਾਰਟਿਸਿਪੇਟ ਕਰਨਾ ਚਾਹੁੰਦੇ ਹਨ ਕਿਸੇ ਵੀ ਇਵੈਂਟ ਦੇ ਵਿੱਚ ਉਹ ਥੱਲੇ ਸਾਈਨ ਕੀਤੇ ਹੋਏ ਬੰਦੇ ਨੂੰ ਆਪਣੇ ਨਾਂ 10 ਨਵੰਬਰ ਤੱਕ ਦੇ ਦੇਣ ਪੋਜ਼ਿਟਿਵਲੀ। ਹਰ ਹਾਲਤ 'ਚ ਜੋ ਵੀ ਇਵੈਂਟਸ ਹੋਣਗੇ ਉਹਦੀ ਲਿਸਟ ਜੋ ਹੈ ਉਹ ਸਪੋਰਟਸ ਰੂਮ ਦੇ ਵਿੱਚ ਲੱਗ ਜਾਏਗੀ 12 ਨਵੰਬਰ ਤੱਕ। ਥੱਲੇ ਆ ਗਿਆ ਅਕਸ਼ੇ ਖੰਨਾ ਸਪੋਰਟਸ ਕੈਪਟਨ। The above notice is about, ਹੁਣ ਜਿਹੜਾ ਉੱਪਰ ਦਾ ਨੋਟਿਸ ਸੀ ਉਹ ਕਿਹਦੇ ਬਾਰੇ ਹੈ? Option A, annual day in the school. Option B, annual day in a college. No. Option C, annual meet in school. No. Option D, all of these. No. Option A is your answer, annual sports day in a school. The students who are interested in any kind of event have to give their names to. ਹੁਣ ਜੋ students event ਵਿੱਚ participate ਕਰਨਾ ਚਾਹੁੰਦੇ ਸਨ ਉਹਨਾਂ ਨੂੰ ਆਪਣਾ ਨਾਮ ਕਿਹਨੂੰ ਦੇਣਾ ਹੈ? ਅਕਸ਼ੇ ਕੁਮਾਰ, ਅਕਸ਼ੇ ਖੰਨਾ, ਅਕਸ਼ੇ ਵਰਮਾ, ਅਕਸ਼ੇ ਸਿਨਹਾ। Option B is your answer, ਅਕਸ਼ੇ ਖੰਨਾ। The list of events will be displayed dash the events. ਹੁਣ ਜੋ list ਹੈ events ਦੀ ਉਹ ਕਿੱਥੇ will be displayed dash the events. ਹੁਣ ਕਦੋਂ display ਕੀਤੀ ਜਾਏਗੀ? Before, after, between will not be displayed according to the notice. नहीं, it will be displayed before the events. events ਤੋਂ ਪਹਿਲੇ ਤੁਸੀਂ display ਕਰੋਗੇ ਨਾ, ਬਾਅਦ ਵਿੱਚ ਜਾਂ events ਦੇ ਵਿੱਚ ਤੁਸੀਂ ਥੋੜਾ ਦੱਸੋਗੇ ਹਾਂਜੀ ਇਹ ਖੇਡ ਕਰਨੇ ਨੇ ਚਲੋ ਵੀ ਤੂੰ ਇਹ ਖੇਲ ਲੈ ਤੇ ਤੂੰ ਉਹ ਖੇਲ ਲੈ। No, ਇਹ ਗੇਮਸ ਹੈਗੀਆਂ ਨੇ ਆਪਣੇ ਨਾਮ ਦੇ ਦਿਓ ਤੇ event ਤੋਂ ਪਹਿਲਾਂ before. which is the right way to write the date? ਹੁਣ ਕਿਹੜਾ right ਤਰੀਕਾ ਹੁੰਦਾ ਹੈ date ਲਿਖਣ ਦਾ? According to the
notice. It's option B, 15th March, 2021. The signature is placed dash. ਹੁਣ signature ਕਿੱਥੇ ਕਿੱਥੇ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ, above the name of the writer. ਜੇ required ਹੈ ਤਾਂ writer ਦੇ ਨਾਂ ਦੇ ਉੱਪਰ ਉਹ ਹੁੰਦੇ ਨੇ. Next, you have found a purse lying in one of the lawns of your school. ਤੁਹਾਨੂੰ ਆਪਣੇ ਸਕੂਲ ਦੇ launch ਦੇ ਵਿੱਚ ਇੱਕ ਪਰਸ ਮਿਲਿਆ ਹੈ. Write a notice asking the owner of the purse to contact you. ਹੁਣ ਤੁਸੀਂ notice ਲਿਖਣਾ ਹੈ ਤਾਂ ਕਿ ਜੋ owner ਹੈ ਪਰਸ ਦਾ ਉਹ ਤੁਹਾਨੂੰ contact ਕਰ ਸਕੇ. Notice ਆਏਗਾ ਤੁਹਾਡਾ date, found. This is to inform all the students that a purse has been found lying in one of the school lawns. ਕਿ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਦੇ launch ਦੇ ਵਿੱਚ ਇੱਕ ਕੀ ਮਿਲਿਆ ਹੈ, ਇੱਕ ਪਰਸ ਮਿਲਿਆ ਹੈ. ਮੈਨੂੰ word ਨਹੀਂ ਲਿਖਣਾ ਹੈ, I word ਨਹੀਂ ਲਿਖਣਾ ਹੈ. It is a black leather purse containing some money. ਇੱਕ black ਰੰਗ ਦਾ leather ਦਾ purse ਹੈ ਤੇ ਇਹਦੇ ਵਿੱਚ ਕੁਝ money ਹੈ. The owner should contact the undersigned. ਹੁਣ ਜੋ owner ਹੈ ਉਹਨੂੰ undersigned ਬੰਦੇ ਨੂੰ contact ਕਰਨਾ ਹੈ. ਇਹਦੇ ਵਿੱਚ ਇੱਕ ਜ਼ਰੂਰੀ ਗੱਲ ਤੁਸੀਂ ਯਾਦ ਰੱਖਣੀ ਹੈ ਬੱਚਿਓ ਕਿ ਜੇ ਪੈਸਾ ਮਿਲਿਆ ਹੈ ਤੁਸੀਂ ਪੈਸੇ ਦੀ exact amount notice 'ਚ mention ਨਹੀਂ ਕਰਨੀ ਹੈ. ਉਹ ਤੁਸੀਂ ਤਦ ਪੁੱਛੋਗੇ ਜਦੋਂ ਕੋਈ ਬੰਦਾ ਤੁਹਾਡੇ ਕੋਲ claim ਕਰਨ ਆਏਗਾ. ਕੋਈ ਝੂਠਾ ਵੀ claim ਕਰ ਸਕਦਾ ਹੈ ਕਿ ਆ ਮੇਰਾ ਪਰਸ ਹੈ. ਹੁਣ ਜੇ ਕੋਈ ਝੂਠਾ ਆਏਗਾ ਤੁਹਾਨੂੰ ਕਿਵੇਂ ਪਤਾ ਚੱਲੇਗਾ? You can ask him ਨਾ ਕਿ ਇਹਦੇ ਵਿੱਚ ਕਿੰਨੇ ਪੈਸੇ ਸਨ. ਜੋ owner ਹੋਏਗਾ ਉਹਨੂੰ ਪਤਾ ਹੋਏਗਾ. So purse found notice ਦੇ ਵਿੱਚ ਪੈਸੇ ਦਾ ਜ਼ਿਕਰ exact amount ਨਹੀਂ ਦਿੱਤਾ ਜਾਏਗਾ, ਬਸ ਇਹ ਦੱਸਿਆ ਜਾਏਗਾ ਇਹਦੇ ਵਿੱਚ ਪੈਸੇ ਸਨ. ਰੋਹਿਤ, class, roll number. ਰੋਹਿਤ ਵਰਮਾ. Select the appropriate title heading for the notice. बहुत easy है. Option B, found. ਇੱਥੇ ਲਿਖਿਆ ਵੀ ਹੋਇਆ ਹੈ. Next, select the option that lists the most accurate opening of the notice. This is to inform all the students that a purse has been found in the school launch. This is sounding good. This is to inform all the students that a purse has been lost. No, it's found. This is to inform the principal. No. This is to inform the house captains. No. We have found something and it's purse and in the lawns. Option A. What would you write in the notice? ਹੁਣ ਤੁਸੀਂ notice ਦੇ ਵਿੱਚ ਕੀ ਲਿਖੋਗੇ? It is a black leather purse containing some money. Sounding good. It has nothing in it. No. Keep the purse and the money with you. No. Why should we do that? Throw the purse away. ਜੇ required ਹੀ ਨਹੀਂ ਹੈਗਾ ਤਾਂ ਅਸੀਂ notice ਕਿਉਂ ਲਿਖ ਰਹੇ ਹਾਂ? Option A. It is a black leather purse containing some money. What details would you write in the end? End ਚ ਕੀ ਲਿਖੋਗੇ? ਨਾ, class, roll number, तीनों चीजें लिखनियां है. Reason ਤੁਹਾਨੂੰ ਉੱਪਰ explain ਕਰ ਚੁੱਕੀ ਹਾਂ. All of these. Which of the following sentences is correct according to this notice? ਹੁਣ ਇਸ notice ਦੇ accordingly ਕਿਹੜੀ ਚਾਰ ਚੀਜ਼ਾਂ correct ਨੇ? Sorry, ਕਿਹੜੀ ਇੱਕ ਚੀਜ਼ ਇਨ ਚਾਰਾਂ ਵਿੱਚੋਂ correct ਨੇ? My bad, I'm so sorry. A. The owner of the purse should contact the undersigned. ਕਿ ਜੋ owner ਹੈ purse ਦਾ ਉਹਨੂੰ ਥੱਲੇ ਸਾਈਨ ਕੀਤੇ ਨਾਮ ਲਿਖੇ ਹੋਏ ਬੰਦੇ ਨੂੰ contact ਕਰਨਾ ਹੈ. The purse is black in color. It contains some money. All of these. Option D is your answer. All of these because ਇਹ ਤਿੰਨੋਂ ਚੀਜ਼ਾਂ ਤੁਸੀਂ notice ਦੇ ਵਿੱਚ mention ਕੀਤੀਆਂ ਨੇ ਕਰੋਗੇ. Next is your school is organizing a tour to Delhi and Agra. You are the secretary of your organizing committee. Draft a notice asking the students to give their names for. ਹੁਣ ਬਹੁਤ ਹੀ ਵਧੀਆ ਚੀਜ਼ ਹੋ ਰਹੀ ਹੈ. ਸਕੂਲ ਇੱਕ ਟ੍ਰਿਪ ਜਾਂ ਟੂਰ ਆਰਗੇਨਾਈਜ਼ ਕਰ ਰਿਹਾ ਹੈ ਦਿੱਲੀ ਐਂਡ ਆਗਰਾ ਲਈ. ਹੁਣ ਸੈਕਟਰੀ ਹੋ ਤੁਸੀਂ ਕਿਤੇ ਆਰਗੇਨਾਈਜ਼ਿੰਗ ਕਮੇਟੀ ਦੇ, ਤੁਹਾਨੂੰ ਇੱਕ ਨੋਟਿਸ ਡਰਾਫਟ ਕਰਨਾ ਹੈ ਜਿਹਦੇ ਵਿੱਚ ਬੱਚੇ ਆਪਣਾ ਨਾਮ ਆ ਕੇ ਤੁਹਾਨੂੰ ਦੇ ਦੇਣ. ਸਭ ਤੋਂ ਪਹਿਲੇ ਆਇਆ ਨੋਟਿਸ, ਫਿਰ ਆਈ ਹੈਡਿੰਗ ਜੁਆਇਨਿੰਗ ਅ ਹਿਸਟੋਰੀਕਲ ਟੂਰ, ਫਿਰ ਆਇਆ ਡੇਟ ਜਦੋਂ ਇਹ ਨੋਟਿਸ ਲਿਖਿਆ ਗਿਆ, ਅੱਗੇ ਲਿਖਿਆ ਆ ਸਕੂਲ ਇਜ਼ ਆਰਗੇਨਾਈਜ਼ਿੰਗ ਅ ਹਿਸਟੋਰੀਕਲ ਟੂਰ ਟੂ ਦਿੱਲੀ ਆਗਰਾ. The duration of the tour is 6 days starting on November 20. Those who are interested should give their names to the undersigned latest by November 16. Mohanlal, Secretary Tour Organizing Committee. ਹੁਣ ਸਕੂਲ ਆਰਗੇਨਾਈਜ਼ ਕਰ ਰਿਹਾ ਹਿਸਟੋਰੀਕਲ ਟੂਰ ਜੋ ਜਾ ਰਿਹਾ ਦਿੱਲੀ ਆਗਰਾ. ਡਿਊਰੇਸ਼ਨ 6 ਦਿਨਾਂ ਦਾ ਟੂਰ ਹੈ ਜੋ 20 ਤਰੀਕ ਨੂੰ ਸ਼ੁਰੂ ਹੋਏਗਾ. ਜੋ ਵੀ ਜਾਣਾ ਚਾਹੁੰਦੇ ਨੇ ਥੱਲੇ ਲਿਖੇ ਹੋਏ ਬੰਦੇ ਨੂੰ ਆਪਣਾ 16 ਨਵੰਬਰ ਤੋਂ ਪਹਿਲੇ ਨਾਂ ਦੇ ਦੇਣ. ਬੰਦਾ ਹੈ ਮੋਹਨ ਲਾਲ ਤੇ ਉਹ ਸੈਕਟਰੀ ਹੈ ਟੂਰ ਆਰਗੇਨਾਈਜ਼ਿੰਗ ਕਮੇਟੀ ਦਾ. Which of these is the first thing mentioned in the notice? ਹੁਣ ਕਿਹੜੀ ਚੀਜ਼ ਪਹਿਲੀ ਹੁੰਦੀ ਹੈ ਮੈਂਸ਼ਨ ਕਰਨ ਲਈ? ਇਸ ਦੇ ਵਿੱਚ ਇਹ ਚ ਆਇਆ ਸਭ ਤੋਂ ਪਹਿਲੇ ਨੋਟਿਸ. ਆਪਸ਼ਨ ਸੀ. ਧਿਆਨ ਰੱਖਣਾ ਉੱਪਰ ਤੁਹਾਨੂੰ ਪਹਿਲਾਂ ਤੁਹਾਨੂੰ ਦਿੱਤਾ ਜਾਏਗਾ ਫਾਰਮੈਟ ਫਿਰ ਹੀ ਕੁਐਸਚਨ ਆਣਗੇ. The subject and title of the notice is about. ਹੁਣ ਸਬਜੈਕਟ ਜਾਂ ਟਾਈਟਲ ਕਿਹਦਾ ਹੈ? ਆਪਸ਼ਨ ਬੀ joining a historical tour.
Which of these details are not mentioned in the notice? कि डिटेल है जो नोटिस से मेंशन नहीं है जो ऊपर रीड किया है ऐसी? नेम ऑफ द स्कूल, हेडिंग टाइटल ऑफ द नोटिस, ड्यूरेशन ऑफ द टूर, नेम ऑफ द सेक्रेटरी। सेक्रेटरी जो वर्ड है वो डी ऑप्शन 'ਚ है। ऑप्शन ए नेम ऑफ द ਸਕੂਲ। ਇੱਥੇ ਤੁਹਾਡਾ ਵੇਖੋ ਤੁਸੀਂ ਲਿਖਿਆ ਨਹੀਂ ਹੈ ਸਕੂਲ ਦਾ ਨਾਂ ਕਿਉਂਕਿ ਤੁਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਹੀ ਨੋਟਿਸ ਦੇ ਰਹੇ ਹੋ ਉਹਨਾਂ ਨੂੰ ਤੁਹਾਨੂੰ ਸਕੂਲ ਦਾ ਨਾਂ ਦੱਸਣ ਦੀ ਲੋੜ ਨਹੀਂ ਹੈ। ਇਟਸ ਫॉर ਅ ਪਾਰਟਿਕੂਲਰ ਸਕੂਲ ਓਨਲੀ। Where is the date mentioned in the notice? Date कित्थे लिखी हुई है? It's on the top left. ठीक है? Next, Rohit wants to join the historical tour and he has also taken consent of from his father to whom he would give his name for the trip. ਹੁਣ ਰੋਹਿਤ ਜਾਣਾ ਚਾਹੁੰਦਾ ਹੈ ਇਸ ਹਿਸਟੋਰੀਕਲ ਟੂਰ ਦੇ ਵਿੱਚ। ਉਹਨੇ ਆਪਣੇ ਪਾਪਾ ਕੋਲੋਂ ਕੰਸੈਂਟ ਵੀ ਲੈ ਲਿਆ, ਪਰਮਿਸ਼ਨ ਵੀ ਲੈ ਲਿਆ ਹੈ। ਉਹ ਆਪਣਾ ਨਾਂ ਕਿਹਨੂੰ ਦੇਗਾ? Option B, to the secretary of tour organizing committee. Now last notice says you are in charge of Junior Humanities Forum of your school. The forum is organizing a paper reading contest. Draft a notice inviting the contestants to give you their name. ਹੁਣ ਤੁਸੀਂ ਹੋ ਕਿ ਇੰਚਾਰਜ ਹੋ ਕਿਤੇ ਜੂਨੀਅਰ ਹਿਊਮੈਨਿਟੀ ਫੋਰਮ ਦੇ। ਫੋਰਮ ਕੀ ਕਰ ਰਿਹਾ ਹੈ? ਫੋਰਮ ਕਰ ਰਿਹਾ ਹੈ ਇੱਕ ਪੇਪਰ ਰੀਡਿੰਗ ਕੰਟੈਸਟ ਤੇ ਤੁਹਾਨੂੰ ਇੱਕ ਨੋਟਿਸ ਡਰਾਫਟ ਕਰਨਾ ਹੈ ਜਿਹਦੇ ਵਿੱਚ ਤੁਸੀਂ ਲਿਖੋਗੇ ਕਿ ਪਾਰਟਿਸਿਪੈਂਟ ਆ ਕੇ ਤੁਹਾਨੂੰ ਆਪਣਾ ਨਾਮ ਦੇ ਸਕਣ। ਉੱਪਰ ਆਇਆ ਨੋਟਿਸ, ਥੱਲੇ ਜੋ ਵੀ ਤੁਸੀਂ ਆਪਣਾ ਨਾਮ ਰੱਖੋਗੇ ਕੰਟੈਸਟ ਦਾ ਉਹ ਲਿਖੋਗੇ। ਡੇਟ ਆ ਗਿਆ ਥੱਲੇ body of the notice which says the junior humanities forum of the school is organizing a paper reading contest on November 15 in the school hall। ਕਿ ਕਿੱਥੇ ਹੋ ਰਿਹਾ ਹੈ? ਸਕੂਲ ਹਾਲ 'ਚ ਹੋ ਰਿਹਾ। ਕਦੋਂ ਹੋ ਰਿਹਾ? 15 ਨਵੰਬਰ ਨੂੰ ਹੋ ਰਿਹਾ ਹੈ। Students of class 6 through 8 are eligible to participate। 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚੇ ਪਾਰਟਿਸਿਪੇਟ ਕਰਨ ਲਈ ਐਲੀਜੀਬਲ ਨੇ। Those interested should give their names to the undersigned before November 12। ਜੋ ਵੀ ਇੰਟਰਸਟਿਡ ਨੇ ਆਪਣੇ ਨਾਂ ਦੇ ਸਕਦੇ ਨੇ ਕਿਹਨੂੰ? ਥੱਲੇ ਨਾਂ ਲਿਖੇ ਹੋਏ ਬੰਦੇ ਨੂੰ 12 ਨਵੰਬਰ ਤੋਂ ਪਹਿਲਾਂ। ਰਾਹੁਲ, ਸੈਕਟਰੀ, ਜੂਨੀਅਰ ਹਿਊਮੈਨਿਟੀਜ਼ ਫੋਰਮ। Now let's solve the practice task। The notice is about, notice किदे बारे है? बहुत easy, option B, paper reading contest। Which is the right way to write the date? Right way ਕਿਹੜਾ ਹੈ date ਲਿਖਣ ਦਾ? Option B, 23rd November ਪੂਰਾ, 2021। Name the institution which is organizing the contest। कौन organize कर रहा है? Junior Humanities Forum। Which grade students are eligible for the contest? Option B, 6 to 8। What is the designation of Rahul? Sorry, it's option B, secretary of the forum। And with this ਸਾਡੇ ਦੇ ਸਾਰੇ MCQ solve ਹੋ ਚੁੱਕੇ ਨੇ। ਨੋਟਿਸ ਕੀ ਹੁੰਦਾ ਹੈ, ਫਾਰਮੈਟ ਕੀ ਹੈ, ਟਿਪਸ ਕੀ ਨੇ ਤੇ ਕਿਵੇਂ ਲਿਖਣਾ ਹੈ, ਕਿਵੇਂ ਕੁਐਸਚਨਸ ਆ ਸਕਦੇ ਨੇ ਉਹ ਤੁਹਾਨੂੰ ਇਸ ਵੀਡੀਓ ਵਿੱਚ ਸਮਝ ਆ ਚੁੱਕੇ ਹੋਏਗਾ। All the very best for your term 1 exam।